ਹੈਲੋ ਸਟੂਡੈਂਟਸ, ਲੋਕਡਾਊਨ ਦੇ ਸਮੇਂ ਦੇ ਵਿੱਚ ਦੂਜਾ ਵੀਡੀਓ ਆਪਾਂ ਪਹਿਲਾਂ ਇੱਕ ਵੀਡੀਓ ਬਣਾਇਆ ਸੀਗਾ ਤੇ ਟੌਪਿਕ ਸੀਗਾ ਟੈਕਸ ਫੰਡਾਮੈਂਟਲ ਕਨਸੈਪਟ ਐਂਡ ਟਰਮ ਯੂਜ਼ਡ ਇਨ ਟੈਕਸ ਲਾ। ਇਸ ਟੌਪਿਕ ਨੂੰ ਅਸੀਂ ਦੋ ਪਾਰਟਸ ਡਿਵਾਈਡ ਕਰ ਲਿਆ ਸੀ। ਸੋ ਫਸਟ ਪਾਰਟ ਅਸੀਂ ਡਿਸਕਸ ਕਰ ਲਿਆ ਸੀ। ਆਹ ਸਿਲੇਬਸ ਸੀਗਾ ਜਿਹੜੇ ਵਿੱਚੋਂ ਅਸੀਂ ਟੌਪਿਕ ਲਏ ਸੀ। ਇਹਦੇ ਵਿੱਚੋਂ ਅਸੀਂ ਮੀਨਿੰਗ, ਟਾਈਪਸ ਆਫ ਟੈਕਸ ਤੇ ਆਨਲਾਈਨ ਪ੍ਰੋਸੀਜਰ ਆਫ ਪੈਨ ਇਹ ਟੌਪਿਕ ਅਸੀਂ ਕਵਰ ਕਰ ਲਿਆ ਸੀ। ਜਨਰਲ ਫਾਊਂਡੇਸ਼ਨ ਦਾ +1 ਦੇ ਸਿਲੇਬਸ ਦੇ ਵਿੱਚ ਨਵਾਂ ਟੌਪਿਕ ਆਇਆ ਸੀ ਪਿਛਲੇ ਸਾਲ, ਨਵਾਂ ਪੋਰਸ਼ਨ ਐਡ ਕੀਤਾ ਸੀ ਤੇ ਇਨਕਮ ਟੈਕਸ ਦੇ ਵਿੱਚ ਤਾਂ ਇਹ ਪਹਿਲਾਂ ਸੀਗਾ ਹੀ ਤੇ ਅੱਜ ਅਸੀਂ ਇਹਦਾ ਦੂਸਰਾ ਪਾਰਟ ਕਰਾਂਗੇ। ਸੋ ਕੁਝ ਡੈਫੀਨੇਸ਼ਨਸ ਜਿਵੇਂ ਕਿ ਸਿਲੇਬਸ 'ਚ ਲਿਖੀਆਂ ਸੀਗੀਆਂ ਉਹ ਦੱਸੀਆਂ ਹੋਈਆਂ ਸੀਗੀਆਂ ਤੇ ਉਹ ਅਸੀਂ ਕਰਨਾ, ਕਿਉਂਕਿ ਇਹ ਇੰਟਰੋਡਕਟਰੀ ਲੈਵਲ ਆ, ਇਸ ਕਰਕੇ ਅਸੀਂ ਇਹਨਾਂ ਨੂੰ ਬੜਾ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਕਰਾਂਗੇ, ਪਰ ਇਸ ਤਰ੍ਹਾਂ ਕਰਾਂਗੇ ਵੀ ਇਹਨਾਂ ਦੇ ਅਰਥ ਸਮਝ ਆ ਜਾਣ, ਡੈਫੀਨੇਸ਼ਨਸ ਵੀ ਕੀ ਐਕਚੁਅਲ 'ਚ ਇਹਨਾਂ ਬਾਰੇ ਸਾਰਿਆਂ ਬਾਰੇ ਸਾਨੂੰ ਪਤਾ। ਸੋ ਇਹਦੇ ਵਿੱਚ ਪਹਿਲੀ ਜਿਹੜੀ ਹੈਗੀ ਆ ਟਰਮ ਅਸੀਂ ਲਈ ਆ ਇਨਕਮ। ਇਨਕਮ ਕੀ ਆ ਵੀ ਜਦੋਂ ਕੋਈ ਵਿਅਕਤੀ ਕੰਮ ਕਰਦਾ, ਵਪਾਰ ਕਰਦਾ, ਸੇਵਾ ਪ੍ਰਦਾਨ ਕਰਦਾ ਜਾਂ ਨਿਵੇਸ਼ ਕਰਦਾ ਤਾਂ ਉਹਨੂੰ ਜੋ ਉਹਨੂੰ ਧਨ ਪ੍ਰਾਪਤ ਹੁੰਦਾ, ਨਕਦੀ ਪ੍ਰਾਪਤ ਹੁੰਦੀ, ਉਹਨੂੰ ਅਸੀਂ ਆਮਦਨ ਕਹਿੰਦੇ ਆ। ਧਨ ਜਾਂ ਨਕਦੀ ਇਸ ਕਰਕੇ ਜੇ ਤੁਹਾਨੂੰ ਅਸਲ 'ਚ ਪ੍ਰਾਪਤ ਹੋ ਗਿਆ ਤਾਂ ਅਸੀਂ ਉਹਨੂੰ ਕਹਾਂਗੇ ਜੋ ਸਾਨੂੰ ਕੈਸ਼ ਪ੍ਰਾਪਤ ਹੋਇਆ ਉਹ ਸਾਡੀ ਆਮਦਨ ਆ। ਪਰ ਕਈ ਵਾਰ ਆਮਦਨ ਸਾਨੂੰ ਕੈਸ਼ 'ਚ ਨਹੀਂ ਵੀ ਮਿਲਦੀ, ਉਹਦੀ ਪੇਮੈਂਟ ਬਾਅਦ 'ਚ ਹੁੰਦੀ ਆ। ਸੋ ਇਸ ਕਰਕੇ ਜਿਹੜੀ ਇਨਕਮ ਆ ਉਹ ਨਕਦ ਵੀ ਮਿਲ ਸਕਦੀ ਆ ਤੇ ਪ੍ਰਾਪਤੀ ਯੋਗ ਵੀ ਹੋ ਸਕਦੀ ਹੈ। ਇਟ ਕੈਨ ਬੀ ਰਿਸੀਵ ਇਨ ਕੈਸ਼ ਔਰ ਰਿਸੀਵੇਬਲ। ਸੋ ਇਹਦੀਆਂ ਉਦਾਹਰਨਾਂ ਹੈਗੀਆਂ ਸੈਲਰੀ, ਇੰਟਰਸਟ, ਰੈਂਟ, ਇਹ ਸਭ ਆਮਦਨ ਦੀਆਂ ਉਦਾਹਰਨਾਂ। ਨੈਕਸਟ ਟਰਮ ਆ ਫੀਸ। ਦੇਖੋ ਫੀਸ ਦਾ ਇੱਕ ਸਪੈਸੀਫਿਕ ਮੀਨਿੰਗ ਆ, ਮਤਲਬ ਇੱਕ ਸਪੈਸੀਫਿਕ ਵਰਡ ਆ। ਸੋ ਫੀਸ ਕੀ ਹੁੰਦੀ ਆ? ਜਦੋਂ ਕਿਸੇ ਵਿਅਕਤੀ ਤੋਂ ਅਸੀਂ ਕੋਈ ਸੇਵਾਵਾਂ ਲੈਂਦੇ ਆ ਜਾਂ ਕਿਸੇ ਵਿਅਕਤੀ ਦੀ ਕੋਈ ਐਡਵਾਈਸ ਲੈਂਦੇ ਆ, ਪ੍ਰੋਫੈਸ਼ਨਲ ਐਡਵਾਈਸ ਹੋਵੇ, ਜਿਵੇਂ ਲਾਇਰ ਦੀ ਐਡਵਾਈਸ ਹੋ ਗਈ, ਚਾਰਟਰਡ ਅਕਾਊਂਟੈਂਟ ਦੀ ਐਡਵਾਈਸ ਹੋ ਗਈ, ਜਦੋਂ ਪ੍ਰੋਫੈਸ਼ਨਲ ਦੀ ਐਡਵਾਈਸ ਹੋਵੇ ਤਾਂ ਉਹਦੀਆਂ ਸੇਵਾਵਾਂ ਦੇ ਰਿਗਾਰਡਿੰਗ ਜੋ ਅਸੀਂ ਪੇਮੈਂਟ ਕਰਦੇ ਹਾਂ ਉਹਨੂੰ ਅਸੀਂ ਫੀਸ ਕਿਹਾ ਜਾਂਦਾ ਵਾ। ਮਤਲਬ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਉਹ ਪ੍ਰੋਫੈਸ਼ਨਲਸ ਹੋਣੀਆਂ ਚਾਹੀਦੇ। ਜਾਂ ਸਾਨੂੰ ਕੋਈ ਪਰਮਿਸ਼ਨ ਮਿਲੇਗੀ ਤਾਂ ਉਹਦੇ ਰਿਗਾਰਡਿੰਗ ਅਸੀਂ ਫੀਸ ਦੇਵਾਂਗੇ। ਜਿਵੇਂ ਅਸੀਂ ਲਾਇਸੈਂਸ ਲੈਂਦੇ ਆ ਤੇ ਉਹਦੇ ਵੰਡੇ ਸਾਨੂੰ ਫੀਸ ਦੇਣੀ ਪੈਂਦੀ ਆ। ਸੋ ਫੀਸ ਦੀ ਉਦਾਹਰਨ ਹੋ ਗਈ ਲਾਇਸੈਂਸ ਫੀਸ, ਜਾਂ ਜੋ ਅਸੀਂ ਚਾਰਟਰਡ ਅਕਾਊਂਟੈਂਟ ਨੂੰ ਫੀਸ ਦਿੰਦੇ ਆ, ਜਾਂ ਜੋ ਅਸੀਂ ਲਾਇਰ ਨੂੰ ਫੀਸ ਦਿੰਦੇ ਆ, ਜਾਂ ਫਿਰ ਜੋ ਅਸੀਂ ਪ੍ਰੋਪਰਟੀ ਜਿੱਦਾਂ ਰਜਿਸਟ੍ਰੇਸ਼ਨ ਕਰਵਾਉਣ ਤੇ ਫੀਸ ਪੇ ਕਰਦੇ ਆ ਉਹਨੂੰ ਵੀ ਅਸੀਂ ਫੀਸ ਹੀ ਕਹਿੰਦੇ ਆ। ਸੋ ਵੀ ਪੇਮੈਂਟ ਮੇਡ ਟੂ ਅ ਪ੍ਰੋਫੈਸ਼ਨਲ ਪਰਸਨ। ਦਾ ਹੈਗਾ ਕਮਿਸ਼ਨ। ਹਾਂਜੀ, ਹੁਣ ਕਮਿਸ਼ਨ ਤੇ ਜੋ ਅਸੀਂ ਕੀਤਾ ਸੀ ਫੀਸ, ਕਮਿਸ਼ਨ ਟੋਟਲੀ ਡਿਫਰੈਂਟ ਆ। ਦੇਖੋ ਇਹਦੇ ਵਿੱਚ ਵੀ ਅਸੀਂ ਕਿਸੇ ਤੋਂ ਸੇਵਾਵਾਂ ਲੈਂਦੇ ਆ ਤੇ ਉਹਦੇ ਰਿਟਰਨ 'ਚ ਅਸੀਂ ਉਹਨੂੰ ਪੇਮੈਂਟ ਕਰਦੇ ਆ। ਮਤਲਬ ਅਸੀਂ ਜੇ ਕਿਸੇ ਤੋਂ ਸੇਵਾਵਾਂ ਲਿੱਤੀਆਂ ਉਹਦੇ ਰਿਟਰਨ 'ਚ ਅਸੀਂ ਉਹਨੂੰ ਪੇਮੈਂਟ ਕਰਦੇ ਆ ਤਾਂ ਜਿਹਨੂੰ ਇਹ ਪੇਮੈਂਟ ਮਿਲੀ ਆ ਉਹਦੇ ਲਈ ਇਹ ਕਮਿਸ਼ਨ ਰਿਸੀਵਡ ਹੋ ਗਿਆ, ਸਾਡੇ ਲਈ ਕਮਿਸ਼ਨ ਪੇਡ ਹੋ ਗਿਆ। ਮਤਲਬ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਜਿਹੜੀਆਂ ਅਸੀਂ ਹੁਣ ਸੇਵਾਵਾਂ ਲੈਣੀਆਂ ਉਹ ਅਜਿਹੇ ਵਿਅਕਤੀ ਤੋਂ ਲੈਣੀਆਂ ਵਾ ਜਿਹੜਾ ਸਾਨੂੰ ਕੋਈ ਪੇਸ਼ੇਵਰ ਜਾਂ ਕਾਨੂੰਨੀ ਸੇਵਾਵਾਂ ਨਹੀਂ ਪ੍ਰਦਾਨ ਕਰ ਰਿਹਾ। ਯਾਨੀ ਕਿ person provide us services except professional or legal services like bank commission charge ਕਰਦੇ ਆ। ਲਾਈਕ ਜਦੋਂ ਆਪਾਂ ਕੋਈ ਚੀਜ਼ ਪਰਚੇਸ ਕਰਨੀ ਆ, ਕੋਈ ਪ੍ਰੋਪਰਟੀ ਪਰਚੇਸ ਕਰਨੀ ਆ, ਉਹਦੇ ਵਿੱਚ ਜਿਹੜਾ ਬ੍ਰੋਕਰ ਹੁੰਦਾ ਉਹ ਸਾਡੀ ਹੈਲਪ ਕਰਦਾ, ਉਹਦੇ ਵੰਡੇ ਉਹ ਕਮਿਸ਼ਨ ਚਾਰਜ ਕਰਦਾ ਵਾ। ਇਹ ਸਾਰੇ ਜਿਹੜੇ ਹੁੰਦੀ ਹੈ ਕਮਿਸ਼ਨ ਦੇ ਉਦਾਹਰਨ ਆ। ਇਟ ਇਜ਼ ਆਲਸੋ ਅ ਫਾਰਮ ਆਫ ਇਨਕਮ। ਇਹ ਵੀ ਇਨਕਮ ਦਾ ਹੀ ਇੱਕ ਰੂਪ ਆ ਪਰ ਇਹ ਕਮਿਸ਼ਨ ਹੈ। ਹੁਣ ਇੱਥੇ ਇੱਕ ਗੱਲ ਖਾਸ ਆਉਂਦੀ ਆ ਵੀ ਆਪਾਂ ਟੈਕਸ ਪੜਿਆ ਸੀ, ਫੀਸ ਪੜਿਆ, ਕਮਿਸ਼ਨ ਪੜਿਆ। ਹੁਣ ਇਹਨਾਂ ਬਾਰੇ ਕਲੀਅਰ ਕਰ ਲਈਏ ਵੀ ਇਹ ਤਿੰਨਾਂ ਦੇ ਵਿੱਚ ਫਰਕ ਆ। ਇੱਕ ਲਾਈਨ 'ਚ ਕਰਦੇ ਆ। ਦੇਖੋ ਕਮਿਸ਼ਨ ਦਾ ਤੁਹਾਨੂੰ ਕਲੀਅਰ ਵੀ ਜੇ ਕਿਸੇ ਤੋਂ ਸੇਵਾਵਾਂ ਲੈਤੀਆਂ ਬਟ ਉਹ ਕਾਨੂੰਨੀ ਨਹੀਂ ਹੈਗੀਆਂ, ਪੇਸ਼ੇਵਰ ਨਹੀਂ ਹੈਗੀਆਂ ਤੇ ਉਹਦੇ ਰਿਗਾਰਡਿੰਗ ਜੋ ਤੁਸੀਂ ਪੇਮੈਂਟ ਕਰਤੀ ਉਹ ਕਮਿਸ਼ਨ ਹੋ ਗਿਆ।
ਫੀਸ ਬਾਰੇ ਆ ਜਾਓ। ਫੀਸ ਦੇ ਵਿੱਚ ਕੀ ਕੀਤਾ ਸੀ ਅਸੀਂ? ਫੀਸ ਦੇ ਵਿੱਚ ਅਸੀਂ ਕੀਤਾ ਸੀਗਾ ਵੀ ਹਾਂ, ਫੀਸ 'ਚ ਅਸੀਂ ਕੀਤਾ ਸੇਵਾਵਾਂ ਲਿੱਤੀਆਂ, ਪਰ ਸੇਵਾਵਾਂ ਕਿਸੇ ਪੇਸ਼ੇਵਰ ਵਿਅਕਤੀਆਂ ਤੋਂ ਲਿੱਤੀਆਂ ਸੀ ਜਾਂ ਜਨਸਕ ਸੰਸਥਾਵਾਂ ਤੋਂ, ਤਾਂ ਉਹਦੇ ਵੰਡੇ ਅਸੀਂ ਪੇਮੈਂਟ ਕੀਤੀ ਸੀ। ਯਾਨੀ ਸਾਨੂੰ ਦੋਨਾਂ ਦੇ ਵਿੱਚ ਕਮਿਸ਼ਨ ਤੇ ਫੀਸ 'ਚ ਕੁਝ ਮਿਲ ਰਿਹਾ ਵਾ ਇਨ ਰਿਟਰਨ, ਬਟ ਜਿਹੜਾ ਟੈਕਸ ਹੁੰਦਾ ਨਾ, ਟੈਕਸ ਦੇ ਅਸੀਂ ਇਨ ਰਿਟਰਨ ਕੁਝ ਵੀ ਐਕਸਪੈਕਟ ਨਹੀਂ ਕਰ ਸਕਦੇ, ਯਾਨੀ ਸਾਨੂੰ ਕੋਈ ਡਾਇਰੈਕਟ ਬੈਨੀਫਿਟ ਟੈਕਸ ਦੇ ਰਿਗਾਰਡਿੰਗ ਨਹੀਂ ਮਿਲਦਾ। ਸੋ ਇਸ ਕਰਕੇ ਟੈਕਸ ਨੂੰ ਇੱਕ ਫਾਈਨੈਂਸ਼ੀਅਲ ਬਰਡਨ ਮੰਨਿਆ ਜਾਂਦਾ, ਭਾਰ ਮੰਨਿਆ ਜਾਂਦਾ ਵਾ। ਨੈਕਸਟ ਟਰਮ ਤੇ ਚੱਲਦੇ ਹਾਂ। ਨੈਕਸਟ ਟਰਮ ਆ ਸਾਡੇ ਕੋਲ ਬੋਨਸ। ਬੋਨਸ ਕੀ ਹੁੰਦਾ? ਬੋਨਸ is something extra money that a company pay to its employee or shareholder। ਉਹਦਾ ਕੁਝ ਵਾਧੂ ਪੈਸਾ ਹੁੰਦਾ ਵਾ ਜੋ ਇੱਕ ਕੰਪਨੀ ਆਪਣੇ ਕਰਮਚਾਰੀਆਂ ਜਾਂ ਸ਼ੇਅਰ ਧਾਰਕਾਂ ਨੂੰ ਦਿੰਦੀ ਹੈ। ਕਦੋਂ ਦਿੰਦੀ ਆ? ਜਦੋਂ ਕੰਪਨੀ ਦੇ ਮੁਨਾਫਾ ਬਹੁਤ ਜ਼ਿਆਦਾ ਹੋਵੇ, ਜਾਂ ਜਦੋਂ ਕੰਪਨੀਆਂ ਡਿਸੀਜਨ ਕਰਦੀ ਹੈ ਵੀ ਅਸੀਂ ਆਪਣੇ ਮੁਨਾਫੇ ਦੇ ਵਿੱਚੋਂ ਕੁਝ ਹਿੱਸਾ ਕਰਮਚਾਰੀਆਂ ਨੂੰ ਦੇਣਾ ਵਾ। ਸੋ ਇਹ ਵੀ ਜਾਂ ਨਕਦ ਵੀ ਹੋ ਸਕਦਾ ਹੈ ਜਾਂ ਅੰਸ਼ ਪੂੰਜੀ ਦੇ ਰੂਪ ਵਿੱਚ ਵੀ ਹੋ ਸਕਦਾ ਹੈ। ਮਤਲਬ ਕੈਸ਼ ਵੀ ਦੇ ਸਕਦੇ ਆ, ਔਰ ਇਨ ਦਾ ਫਾਰਮ ਆਫ ਸ਼ੇਅਰ ਵੀ ਦਿੱਤਾ ਜਾ ਸਕਦਾ ਵਾ ਕੰਪਨੀਜ਼ ਦੇ ਇੰਪਲਾਈਜ਼ ਨੂੰ, ਵਰਕਰਜ਼ ਨੂੰ, ਜਾਂ ਸ਼ੇਅਰ ਹੋਲਡਰ ਹੁੰਦੇ ਆ ਉਹਨਾਂ ਨੂੰ ਦੇ ਦਿੰਦੇ ਆ। ਸੋ ਜ਼ਿਆਦਾਤਰ ਇਹ ਕੰਪਨੀਜ਼ ਵੱਲੋਂ ਦਿੱਤਾ ਜਾਂਦਾ ਵਾ ਵੈਨ ਦੇਰ ਇਜ਼ ਬੂਮ ਪ੍ਰੋਫਿਟ, ਮਤਲਬ ਟੂ ਮੈਨੀ ਪ੍ਰੋਫਿਟ, ਤਾਂ ਫਿਰ ਇਸ ਨੂੰ ਦਿੱਤਾ ਜਾਂਦਾ ਵਾ, ਇਹਨੂੰ ਕਹਿੰਦੇ ਬੋਨਸ। ਨੈਕਸਟ ਇਜ਼ ਫਾਈਨੈਂਸ਼ੀਅਲ ਈਅਰ। ਇਸ ਦਾ ਬੜੀ ਇੰਪੋਰਟੈਂਸ ਆ ਫਾਈਨੈਂਸ਼ੀਅਲ ਈਅਰ। ਅਕਾਊਂਟਸ ਤੇ ਟੈਕਸ ਦੇ ਵਿੱਚ ਖਾਸ ਇੰਪੋਰਟੈਂਸ ਰੱਖਦਾ ਹੈ। ਫਾਈਨੈਂਸ਼ੀਅਲ ਈਅਰ ਦਾ ਮਤਲਬ ਹੁੰਦਾ ਵਾ ਪੀਰੀਅਡ ਆਫ 12 ਮੰਥਸ। ਤੇ ਇਨਕਮ ਟੈਕਸ ਦੇ ਵਿੱਚ ਇਨਕਮ ਟੈਕਸ ਐਕਟ ਦੇ ਅਕੋਰਡਿੰਗਲੀ ਅਸੀਂ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਦੇ ਪੀਰੀਅਡ ਨੂੰ ਮੰਨਦੇ ਆ, ਸਮੇਂ ਨੂੰ ਮੰਨਦੇ ਆ। ਪਰ ਆਮ ਤੌਰ ਤੇ 1 ਜਨਵਰੀ ਤੋਂ 31 ਦਸੰਬਰ 12 ਮਹੀਨੇ ਦੀ ਮਿਆਦ ਨੂੰ ਵੀ ਵਿੱਤੀ ਸਾਲ ਕਿਹਾ ਜਾਂਦਾ ਹੈ। ਮਤਲਬ ਕਈ ਜਾਣੇ ਆਪਣਾ ਫਾਈਨੈਂਸ਼ੀਅਲ ਈਅਰ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਮੰਨਦੇ ਆ, ਕਈ ਜਾਣੇ 1 ਦਸੰਬਰ ਤੋਂ 31 ਦਸੰਬਰ ਤੱਕ, ਤੇ ਕਈ ਜਾਣੇ ਇਹਨੂੰ 1 ਅਪ੍ਰੈਲ ਤੋਂ 31 ਮਾਰਚ ਤੱਕ ਮੰਨਦੇ ਆ। ਪਰ ਇਨਕਮ ਟੈਕਸ ਦੇ ਅਕੋਰਡਿੰਗਲੀ, ਟੈਕਸ ਲਾ ਦੇ ਅਕੋਰਡਿੰਗਲੀ, ਇਟ ਇਜ਼ ਅ ਪੀਰੀਅਡ ਆਫ 12 ਮੰਥ ਫਰੋਮ 1 ਅਪ੍ਰੈਲ ਟੂ 31 ਮਾਰਚ। ਸੋ ਇਹ ਹੋ ਗਿਆ ਫਾਈਨੈਂਸ਼ੀਅਲ ਈਅਰ, period of 12 month according to tax law from 1 April to 31 March। next आ गया previous year। पिछला साल ਇਹਨੂੰ ਪੰਜਾਬੀ ਚ ਕਹਿ ਦਿੰਦੇ ਆ ਪਿਛ previous year। generally previous year ਆਮ ਤੌਰ ਤੇ ਮਤਲਬ ਹੁੰਦਾ ਹੋਵੇ ਵੀ ਜੋ ਹੁਣੇ ਸਾਲ ਲੰਘਿਆ ਉਹਨੂੰ ਅਸੀਂ ਕਹਿ ਦਿੰਦੇ ਆ, ਪਰ ਫਿਰ ਵੀ ਇਹਦਾ ਟੈਕਸ ਲਾਅ ਦੇ ਵਿੱਚ ਇਹਦਾ ਇੱਕ ਸਪੈਸ਼ਲ ਮੀਨਿੰਗ ਆ। ਸੋ ਇਹਦਾ ਮਤਲਬ ਹੁੰਦਾ ਵਾ ਇਟ ਇਜ਼ that year, ਇਹ ਉਹ ਸਾਲ ਹੁੰਦਾ ਵਾ ਜਿਸ ਵਿੱਚ ਆਮਦਨ ਹੁੰਦੀ ਹੈ, ਯਾਨੀ ਕਿ ਕਮਾਈ ਜਾਂਦੀ ਹੈ ਆਮਦਨ, ਤੇ ਉਸ ਤੋਂ ਅਗਲੇ ਸਾਲ ਉਸ ਆਮਦਨ ਦੇ ਉੱਤੇ ਟੈਕਸ ਲੱਗਦਾ ਵਾ। ਸੋ ਇਹ ਵੀ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ 12 ਮਹੀਨਿਆਂ ਦਾ ਸਮਾਂ ਹੁੰਦਾ ਵਾ। ਪਰ ਇਹ ਉਹ 12 ਮਹੀਨੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਆਮਦਨ ਕਮਾਉਂਦੇ ਹਾਂ, ਇਨ ਵਿਚ ਇਨਕਮ ਇਜ਼ ਅਰਨਡ। ਇਸ ਇਨਕਮ ਤੇ ਨੈਕਸਟ 12 ਮਹੀਨੇ ਚ ਟੈਕਸ ਲੱਗਦਾ ਵਾ, ਉਹਨੂੰ ਅਸੀਂ ਅਸੈਸਮੈਂਟ ਈਅਰ ਕਹਿੰਦੇ ਆ, ਉਸ ਨੂੰ ਮੁਲਾਂਕਣ ਸਾਲ ਕਿਹਾ ਜਾਂਦਾ ਵਾ। ਯਾਨੀ ਮੁਲਾਂਕਣ ਸਾਲ ਤੋਂ, ਅਸੈਸਮੈਂਟ ਈਅਰ ਤੋਂ ਪਿਛਲੇ 12 ਮਹੀਨੇ ਪ੍ਰੀਵੀਅਸ ਈਅਰ ਮੰਨੇ ਜਾਣਗੇ ਉਸ ਅਸੈਸਮੈਂਟ ਈਅਰ ਦੇ ਲਈ। ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਆ। ਮਤਲਬ ਜਦੋਂ ਅਸੈਸਮੈਂਟ ਈਅਰ ਆਊਗਾ ਉਹਦੇ ਪਿੱਛੇ ਜਿਹੜੇ 12 ਮਹੀਨੇ ਹੋਣਗੇ ਉਹ ਪ੍ਰੀਵੀਅਸ ਈਅਰ ਹੋਣਗੇ। ਦੋਨਾਂ ਦੇ ਆਪਸ ਦੇ ਰਿਲੇਸ਼ਨ ਕਰਕੇ ਹੀ ਪ੍ਰੀਵੀਅਸ ਈਅਰ ਕਿਹਾ ਜਾਊਗਾ। ਜਦੋਂ ਅਸੈਸਮੈਂਟ ਈਅਰ ਹੋਊਗਾ ਉਦੋਂ ਪ੍ਰੀਵੀਅਸ ਈਅਰ ਉਹਦੇ ਪਿੱਛੇ ਹੋਊਗਾ। ਯਾਨੀ ਕਿ ਜਿਸ ਸਾਲ ਆਮਦਨ ਕਮਾਈ ਆ ਉਹ ਪ੍ਰੀਵੀਅਸ ਈਅਰ ਹੋ ਗਿਆ, ਜਿਸ ਸਾਲ ਉਹਤੇ ਟੈਕਸ ਲੱਗੇਗਾ ਉਹ ਅਸੈਸਮੈਂਟ। ਨੈਕਸਟ ਆ ਗਿਆ, ਦੇਖੋ ਸਾਡੇ ਕੋਲ ਗ੍ਰੋਸ ਟੋਟਲ ਇਨਕਮ ਕੀ ਹੁੰਦੀ ਹੈ। ਸਕਲ ਕੁੱਲ ਆਮਦਨ। ਇੱਕ ਅਸੈਸੀ ਨੂੰ ਜਾਂ ਇੱਕ ਪਰਸਨ ਨੂੰ ਆਮਦਨ ਦੇ ਸਾਰੇ ਸਰੋਤਾਂ ਤੋਂ ਪ੍ਰਾਪਤ ਆਮਦਨ ਦਾ ਜੋੜ ਕੁੱਲ ਆਮਦਨ ਕਿਹਾ ਜਾਂਦਾ ਹੈ। ਯਾਨੀ ਟੋਟਲ ਇਨਕਮ ਇਜ਼ ਸਮ ਟੋਟਲ ਆਫ ਇਨਕਮ ਫਰੋਮ ਆਲ ਸੋਰਸਸ ਇਨ ਅ ਫਾਈਨੈਂਸ਼ੀਅਲ ਈਅਰ। ਸਮ ਟੋਟਲ ਆਫ ਇਨਕਮ ਫਰੋਮ ਆਲ ਸੋਰਸਸ ਦਾ ਕੀ ਮਤਲਬ ਆ? ਦੇਖੋ ਇਨਕਮ ਟੈਕਸ ਦੇ ਅਕੋਰਡਿੰਗਲੀ ਇਨਕਮ ਦੇ ਸੋਰਸ ਨੂੰ 5 ਹੈਡਸ ਚ ਡਿਵਾਈਡ ਕੀਤਾ ਗਿਆ ਵਾ। 5 ਮੁੱਖ ਸਿਰਲੇਖ ਬਣਾਏ ਹੋਏ ਆ
ਇਨਕਮ ਟੈਕਸ ਦੇ ਅਕੋਰਡਿੰਗਲੀ। ਫਸਟ ਹੈਗਾ ਸੈਲਰੀ, ਜਿਹਨੂੰ ਆਪਾਂ ਤਨਖਾਹ ਕਹਿ ਦਿੰਦੇ ਹਾਂ। ਦੂਜਾ ਹੈਗਾ ਇਨਕਮ ਫਰੋਮ ਹਾਊਸ ਪ੍ਰੋਪਰਟੀ, ਮਕਾਨ ਦੀ ਜਾਇਦਾਦ ਤੋਂ ਆਮਦਨ, ਮਕਾਨ ਸੰਪत्ति ਤੋਂ ਆਮਦਨ। ਤੀਜਾ ਹੈਗਾ ਇਨਕਮ ਫਰੋਮ ਬਿਜ਼ਨਸ ਔਰ ਆਕੂਪੇਸ਼ਨ, ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨ। ਦੈਨ ਨੈਕਸਟ ਹੈਗਾ ਵਾ ਕੈਪੀਟਲ ਗੇਨ, ਪੂੰਜੀ ਤੋਂ ਲਾਭ, ਜਦੋਂ ਆਪਾਂ ਸੰਪत्ति ਵਗੈਰਾ ਖਰੀਦਦੇ ਵੇਚਦੇ ਹਾਂ। ਦੈਨ ਨੈਕਸਟ ਇਜ਼ ਇਨਕਮ ਫਰੋਮ ਅਦਰ ਸੋਰਸ। ਇਸ ਤੋਂ ਇਲਾਵਾ ਜਿਹੜੀ ਚਾਰੇ ਹੈਡਸ ਦੇ ਵਿੱਚ ਨਹੀਂ ਕਵਰ ਹੋਈ ਆਮਦਨ, ਦੈਟ ਇਜ਼ ਇਨਕਲੂਡਡ ਇਨ ਇਨਕਮ ਫਰੋਮ ਅਦਰ ਸੋਰਸ, ਹੋਰ ਸਰੋਤਾਂ ਤੋਂ ਆਮਦਨ। ਸੋ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜੋ ਕਿਸੇ ਪਰਸਨ ਨੇ ਇਨਕਮ ਅਰਨ ਕੀਤੀ ਆ, ਉਹਦਾ ਸਾਰੇ ਦਾ ਜੋੜ ਬਿਫੋਰ ਐਨੀ ਡਿਡਕਸ਼ਨ ਔਰ ਰਿਬੇਟ, ਉਹਨੂੰ ਅਸੀਂ ਗ੍ਰੋਸ ਟੋਟਲ ਇਨਕਮ ਕਹਿੰਦੇ ਹਾਂ। ਯਾਨੀ ਇੱਕ ਪਰਸਨ ਨੇ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜੋ ਇਨਕਮ 5 ਹੈਡਸ ਦੇ ਵਿੱਚ ਅਰਨ ਕੀਤੀ ਆ, ਉਹ ਸਾਰੀ ਇਨਕਮ ਦਾ ਜੋੜ, ਪਰ ਉਸ ਵਿੱਚੋਂ ਕਿਸੇ ਵੀ ਕਿਸਮ ਦੀ ਕਟੌਤੀ ਜਾਂ ਛੋਟ ਨਹੀਂ ਘਟਾਣੀ। ਉਹ ਜਿਹੜੀ ਸਾਡੇ ਕੋਲ ਰਕਮ ਆਊਗੀ, ਉਹਨੂੰ ਅਸੀਂ ਗ੍ਰੋਸ ਟੋਟਲ ਇਨਕਮ ਕਹਿੰਦੇ ਹਾਂ। ਨੈਕਸਟ ਅਸੈਸਮੈਂਟ ਈਅਰ, ਇਹ ਪਿੱਛੇ ਵੀ ਪੜਿਆ ਸੀ ਅਸੀਂ ਪ੍ਰੀਵੀਅਸ ਈਅਰ ਦੇ ਨਾਲ, ਇਹਦਾ ਪ੍ਰੀਵੀਅਸ ਈਅਰ ਦੇ ਨਾਲ ਹੀ ਰਿਲੇਸ਼ਨ ਆ। ਸੋ ਅਸੈਸਮੈਂਟ ਈਅਰ ਦਾ ਮਤਲਬ ਹੁੰਦਾ ਜਿਸ ਸਾਲ ਸਾਡੀ ਇਨਕਮ ਅਸੈਸ ਹੋਣੀ ਹੈ, ਯਾਨੀ ਕਿ ਜਿਸ ਸਾਲ ਸਾਡੀ ਇਨਕਮ ਦਾ ਮੁਲਾਂਕਣ ਹੋਣਾ ਵਾ, ਯਾਨੀ ਕਿ ਜਿਸ ਸਾਲ ਸਾਡੀ ਆਮਦਨ ਦੇ ਉੱਤੇ ਕਰ ਦੀ ਗਣਨਾ ਕੀਤੀ ਜਾਣੀ ਹੈ। ਸੋ ਮੁਲਾਂਕਣ ਸਾਲ ਦਾ ਮਤਲਬ ਉਹ ਸਾਲ ਜਿਸ ਵਿੱਚ ਗਣਨਾ ਕੀਤੀ ਜਾਂਦੀ ਹੈ। ਸੋ ਇਨਕਮ ਟੈਕਸ ਵਿੱਚ ਇਹਦੇ ਵਿਸ਼ੇਸ਼ ਸ਼ਰਤ ਕਿਵੇਂ ਹੋ ਗਏ, ਕਿਉਂਕਿ ਇਹਨੂੰ ਹਮੇਸ਼ਾ ਅਸੀਂ ਪ੍ਰੀਵੀਅਸ ਈਅਰ ਦੇ ਨਾਲ ਰਿਲੇਟ ਕਰਕੇ ਦੇਖਦੇ ਹਾਂ, ਯਾਨੀ ਪਿਛਲੇ ਸਾਲ ਦੇ ਨਾਲ ਰਿਲੇਟ ਕਰਕੇ ਹੀ ਦੇਖਦੇ ਹਾਂ। ਪਿਛਲੇ ਸਾਲ ਮਤਲਬ ਜਿਸ ਸਾਲ ਆਮਦਨ ਕਮਾਈ ਆ, ਉਸ ਤੋਂ ਅਗਲਾ ਸਾਲ ਆਪਣੇ ਆਪ ਉਸ ਆਮਦਨ ਦੀ ਅਸੈਸਮੈਂਟ ਈਅਰ ਬਣ ਗਿਆ। ਸੋ ਇਹ ਉਹ ਸਾਲ ਹੁੰਦਾ ਹੈ ਜਿਸ ਵਿੱਚ ਟੈਕਸ ਦੀ ਗਣਨਾ ਕੀਤੀ ਜਾਂਦੀ ਹੈ। 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ 12 ਮਹੀਨਿਆਂ ਦੀ ਮਿਆਦ ਹੈ ਇਹ। So again we have in tax law on income earned in previous year is tax in the next coming year. Vyakti, person the special meaning of income tax ਦੇ ਵਿੱਚ। So income tax act ਦੇ section 231 ਦੇ ਅਨੁਸਾਰ ਜੇ ਕੋਈ ਸਪੈਸੀਫਿਕ ਮੈਂਸ਼ਨ ਨਾ ਕੀਤਾ ਹੋਵੇ, ਇੱਕ ਇੰਡੀਵਿਜੂਅਲ, ਇੱਕ ਪਰਸਨ ਦੇ ਵਿੱਚ individual, HUF, company, firm, organization of individual, local authority ਤੇ fake judicial person, ਇਹ ਸਭ ਸ਼ਾਮਲ ਹੁੰਦੇ ਆ। ਇਟ ਮੀਨਸ ਜਦੋਂ ਪਰਸਨ ਕਿਹਾ ਜਾਊਗਾ, ਉਹਦੇ ਵਿੱਚੋਂ ਇਹਨਾਂ ਚੋਂ ਕੋਈ ਵੀ ਪਰਸਨ ਹੋ ਸਕਦਾ ਵਾ ਜਦ ਇਹਦਾ ਸਪੈਸ਼ਲ ਮੈਂਸ਼ਨ ਨਾ ਕੀਤਾ। ਨੈਕਸਟ ਇੰਡੀਵਿਜੂਅਲ ਕੀ ਹੁੰਦਾ ਵਾ, ਆਪਾਂ ਪਿੱਛੇ ਪੜ੍ਹ ਕੇ ਇੰਡੀਵਿਜੂਅਲ ਨੈਚੁਰਲ ਹਿਊਮਨ ਬੀਇੰਗ ਹੁੰਦਾ ਵਾ, ਕੁਦਰਤੀ ਮਨੁੱਖ, ਚਾਹੇ ਉਹ ਮੇਲ ਹੋਵੇ, ਫੀਮੇਲ ਹੋਵੇ, ਮਾਈਨਰ ਹੋਵੇ, ਅਡਲਟ ਹੋਵੇ। ਸੈਕਿੰਡ ਹੈਗਾ ਹਿੰਦੂ ਅਨਡਿਵਾਈਡਡ ਫੈਮਿਲੀ, ਹਿੰਦੂ ਅਨਵੰਡੇ ਪਰਿਵਾਰ। ਇਹ ਹਿੰਦੂ ਅਨਡਿਵਾਈਡਡ ਫੈਮਿਲੀ ਹਿੰਦੂ ਲਾਅ ਦੇ ਅਕੋਰਡਿੰਗਲੀ ਐਗਜ਼ਿਸਟੈਂਸ 'ਚ ਆਉਂਦੇ ਆ। ਇਸ ਫੈਮਿਲੀਜ਼ ਦੇ ਵਿੱਚ 3 ਫੈਮਿਲੀਜ਼ ਨੂੰ ਸ਼ਾਮਿਲ ਕੀਤਾ ਜਾਂਦਾ, 3 ਰਿਲੀਜਨ ਦੀ ਫੈਮਿਲੀ ਨੂੰ, ਹਿੰਦੂ, ਸਿੱਖ ਤੇ ਜੈਨ ਪਰਿਵਾਰ ਸ਼ਾਮਿਲ ਕੀਤੇ ਜਾਂਦੇ ਆ। ਹਿੰਦੂ ਅਨਡਿਵਾਈਡਡ ਫੈਮਿਲੀ ਉਹ ਫੈਮਿਲੀ ਹੁੰਦੀ ਹੈ ਜਿਹਦੇ ਸਾਰੇ ਮੈਂਬਰ ਇੱਕੋ ਜਗ੍ਹਾ ਇਕੱਠੇ ਇੱਕ ਛੱਤ ਦੇ ਅੰਦਰ ਰਹਿੰਦੇ ਆ ਤੇ ਉਹਨਾਂ ਦੀ ਕੋਈ ਸਾਂਝੀ ਪ੍ਰਾਪਰਟੀ ਆ ਤੇ ਉਸ ਫੈਮਿਲੀ ਦੇ ਬਿਜ਼ਨਸ ਬਾਰੇ ਸਾਰੇ ਡਿਸੀਜਨ ਇੱਕੋ ਹੀ ਬੰਦਾ ਕਰਦਾ ਵਾ, ਜਿਹਨੂੰ ਕਰਤਾ ਕਿਹਾ ਜਾਂਦਾ। ਸੋ ਕੰਪਨੀ ਇੰਡੀਅਨ ਕੰਪਨੀਜ਼ ਐਕਟ ਦੇ ਅਕੋਰਡਿੰਗਲੀ ਰਜਿਸਟਰਡ ਇੱਕ ਨਕਲੀ ਵਿਅਕਤੀ ਹੁੰਦੀ ਹੈ। ਸੋ ਇਟ ਇਜ਼ ਅ ਫੇਕ ਪਰਸਨ ਔਰ ਆਰਟੀਫਿਸ਼ੀਅਲ ਪਰਸਨ ਰਜਿਸਟਰਡ ਅੰਡਰ ਕੰਪਨੀਜ਼ ਐਕਟ। ਫਰਮ, ਸੋ ਜਦੋਂ 2 ਜਾਂ 2 ਤੋਂ ਵੱਧ ਵਿਅਕਤੀ ਮਿਲ ਕੇ ਕੋਈ ਸਾਂਝਾ ਕੰਮ ਕਰਦੇ ਆ ਤੇ ਉਹਦੇ ਨਾਲ ਉਹ ਸਾਂਝੇਦਾਰੀ ਬਣਾ ਲੈਂਦੇ ਆ, ਤਾਂ ਉਸ ਸਾਂਝੇਦਾਰੀ ਨੂੰ ਫਰਮ ਕਿਹਾ ਜਾਂਦਾ। ਸੋ ਪਾਰਟਨਰਸ਼ਿਪ ਐਗਰੀਮੈਂਟ ਦੇ ਅਕੋਰਡਿੰਗਲੀ ਜੋ ਇੰਸਟੀਟਿਊਸ਼ਨ ਐਗਜ਼ਿਸਟੈਂਸ 'ਚ ਆਉਂਦੀ ਆ, ਉਹਨੂੰ ਫਰਮ ਕਿਹਾ ਜਾਂਦਾ। ਆਰਗੇਨਾਈਜੇਸ਼ਨ ਆਫ ਇੰਡੀਵਿਜੂਅਲ, ਗਰੁੱਪ ਆਫ ਇੰਡੀਵਿਜੂਅਲ ਕੀ ਆ, ਇਹ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਵਾ, ਜਿਵੇਂ ਮਾਰਕਫੈਡ, ਨਫੈਡ, ਐਕਸਟਰਾ। ਤੇ ਇਹਦੇ ਵਿੱਚ ਕੀ ਆ ਵੀ ਇਹ ਵੀ ਸਾਂਝੇ ਉਦੇਸ਼ ਲਈ ਹੀ ਕੰਮ ਕਰਦੇ ਆ, ਪਰ ਉਹ ਕਿਸੇ ਤਰ੍ਹਾਂ ਦੀ ਸਾਂਝੇਦਾਰੀ ਸਮਝੌਤਾ ਨਹੀਂ ਕਰਦੇ, ਮਤਲਬ ਪਾਰਟਨਰਸ਼ਿਪ ਨਹੀਂ ਕਰਦੇ। ਸੋ ਇਸ ਤਰ੍ਹਾਂ ਜਿਹੜੇ ਉਹ ਇਕੱਠਾ ਮਿਲ ਕੇ ਕੰਮ ਕਰਦੇ, ਜਿਹੜਾ ਉਹ ਸਮੂਹ ਮਿਲ ਜਾਂਦਾ ਵਾ, ਉਹਨੂੰ ਅਸੀਂ ਵਿਅਕਤੀਆਂ ਦਾ ਸਮੂਹ ਜਾਂ ਵਿਅਕਤੀਆਂ ਦੀ ਸੰਸਥਾ ਕਹਿ ਦਿੰਦੇ ਹਾਂ। ਨੈਕਸਟ ਹੁੰਦਾ ਲੋਕਲ ਅਥਾਰਟੀਜ਼ ਵਿੱਚ ਮਿਊਨਿਸਪਲ, ਪੰਚਾਇਤ, ਕੰਟੋਨਮੈਂਟ ਬੋਰਡ, ਪੋਰਟ ਟਰਸਟ
ਆ ਜਾਂਦੇ ਆ, ਇਹਨਾਂ ਨੂੰ ਅਸੀਂ ਲੋਕਲ ਅਥਾਰਟੀਜ਼ ਕਹਿੰਦੇ ਆ। ਇਸ ਤੋਂ ਬਾਅਦ ਆਉਂਦਾ ਵਾ ਫੇਕ ਜੁਡੀਸ਼ੀਅਲ ਪਰਸਨ, ਨਕਲੀ ਜੁਡੀਸ਼ੀਅਲ ਵਿਅਕਤੀ। ਸੋ ਇਹ ਜਿਹੜੇ ਹੁੰਦੇ ਆ ਇਹ ਕਿਸੇ ਲਾਅ ਦੇ ਕਰਕੇ ਐਗਜ਼ਿਸਟੈਂਸ 'ਚ ਆਉਂਦੇ ਆ, ਕਿਸੇ ਵਿਸ਼ੇਸ਼ ਐਕਟ ਅਧੀਨ ਸਥਾਪਿਤ ਇੱਕ ਪਬਲਿਕ ਕਾਰਪੋਰੇਸ਼ਨ ਜਾਂ ਇੱਕ ਸੰਸਥਾ ਜਿਹਦੀ ਆਪਣੀ ਨਿਆਇਕ ਸ਼ਖਸੀਅਤ ਹੈ। ਸੋ ਇਹ ਕਾਰਪੋਰੇਸ਼ਨ ਐਸਟੈਬਲਿਸ਼ ਕੀਤੀਆਂ ਜਾਂਦੀਆਂ ਸਪੈਸ਼ਲ ਐਕਟ ਆਫ ਲੈਜਿਸਲੇਚਰ, ਤੇ ਇਹਨਾਂ ਇੰਸਟੀਟਿਊਸ਼ਨ ਦੀ ਆਪਣੀ ਜੁਡੀਸ਼ੀਅਲ ਪਰਸਨੈਲਿਟੀ ਹੁੰਦੀ ਆ, ਇਹਨਾਂ ਨੂੰ ਫੇਕ ਜੁਡੀਸ਼ੀਅਲ ਪਰਸਨ ਕਿਹਾ ਜਾਂਦਾ। ਉਦਾਹਰਨ ਦੇ ਤੌਰ ਤੇ ਯੂਨੀਵਰਸਿਟੀਜ਼ ਆ ਜਾਂਦੀਆਂ ਇਹਦੇ ਵਿੱਚ। ਹਾਂਜੀ, ਇਹ ਸੀਗਾ ਆਪਣਾ ਇਨਕਮ ਟੈਕਸ ਦੇ ਟਰਮ ਦੇ ਰਿਗਾਰਡਿੰਗ ਸੈਕੰਡ ਲੈਕਚਰ। ਸੋ ਨੈਕਸਟ ਲੈਕਚਰ ਤੁਹਾਡੀਆਂ ਟਰਮਸ ਆਪਣੀਆਂ ਰਹਿੰਦੀਆਂ ਵਾ ਉਹਨਾਂ ਦੇ ਰਿਗਾਰਡਿੰਗ ਹੋਊਗਾ ਫਾਰਮ 16, ਫਾਰਮ 26 AS ਤੇ ਥੋੜੀ ਜਿਹੀ ਹੋਰ ਇੰਪੋਰਟੈਂਟ ਟਰਮਸ ਆ। ਸੋ ਥੈਂਕ ਯੂ ਵੈਰੀ ਮਚ, ਮਿਲਦੇ ਆ ਨੈਕਸਟ ਵੀਡੀਓ ਦੇ ਨਾਲ।